ਵਾਹਿਗੁਰੂ ਜੀ ਦੀ ਜਿਹੜੀ ਕੀਮਤ ਆ ਪਰਮਾਤਮਾ ਜੀ ਦੀ, ਉਹ ਅਸੀਂ ਦੱਸ ਨਹੀਂ ਸਕਦੇ ਕਿ ਉਹ ਅਕਾਲ ਪੁਰਖ ਵਾਹਿਗੁਰੂ ਜੀ ਕਿਤਨੇ ਵੱਡੇ ਅਤੇ ਕਿਤਨੇ ਮਹਾਨ ਹਨ। ਉਸ ਤੋਂ ਬਾਅਦ ਆਪ ਸੰਗਤਾਂ ਇਤਿਹਾਸ ਦੀ ਕਥਾ ਸਰਵਣ ਕਰਦੇ ਸੀ ਇਸ ਸਮੇਂ, ਪਰ ਵਿੱਚ ਕੁਛ ਗੈਪ ਪੈ ਗਿਆ ਸੀ ਅਤੇ ਲਓ ਅੱਜ ਆਪਾਂ ਉਸ ਕਥਾ ਨੂੰ ਕੰਟੀਨਿਊ ਕਰੀਏ। ਭਾਈ ਸੁਥਰੇ ਸ਼ਾਹ ਦੇ ਜੀਵਨ ਦੇ ਵਿੱਚੋਂ 8ਵਾਂ ਹਿੱਸਾ। ਸੁਥਰਾ ਸ਼ਾਹ ਦਿੱਲੀ ਦੇ ਵਿੱਚ ਜਦੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਬਾਰ ਵਿੱਚ ਸੁਥਰੇ ਸ਼ਾਹ ਨੇ ਇਸ ਤਰ੍ਹਾਂ ਦੇ ਕਈ ਕੌਤਕ ਕੀਤੇ ਤਾਂ ਇੱਕ ਦਿਨ ਸਤਿਗੁਰਾਂ ਨੇ ਇਸ ਨੂੰ ਆਪਣੀ ਹਜ਼ੂਰੀ ਵਿੱਚ ਬੁਲਾਇਆ ਅਤੇ ਕਿਹਾ ਕਿ ਦਿੱਲੀ ਦਾ ਮੁਗਲ ਬਾਦਸ਼ਾਹ ਜਹਾਂਗੀਰ ਸਾਡਾ ਪਰਮ ਮਿੱਤਰ ਹੈ, ਉਸ ਦੇ ਦਰਸ਼ਨਾਂ ਲਈ ਸਾਨੂੰ ਬੁਲਾ ਭੇਜਿਆ ਉਸਨੇ। ਇਸ ਵੇਲੇ ਇੱਥੇ ਸਤਿਗੁਰਾਂ ਦੇ ਦਰਬਾਰ ਵਿੱਚ ਦੂਰੋਂ ਦੂਰੋਂ ਸਿੱਖ ਸੰਗਤਾਂ ਆ ਰਹੀਆਂ ਹਨ, ਇਸ ਲਈ ਸਾਡਾ ਦਿੱਲੀ ਜਾਣਾ ਠੀਕ ਨਹੀਂ ਹੋਵੇਗਾ। ਸੋ ਤੁਸੀਂ ਦਿੱਲੀ ਜਾਓ ਅਤੇ ਜਹਾਂਗੀਰ ਬਾਦਸ਼ਾਹ ਪਾਸ ਸਾਡਾ ਇਹ ਸੁਨੇਹਾ ਪਹੁੰਚਾ ਦਿਓ। ਸੁਥਰੇ ਨੇ ਸਤਿਗੁਰਾਂ ਦੇ ਚਰਨਾਂ 'ਤੇ ਨਮਸਕਾਰ ਕੀਤੀ ਅਤੇ ਆਗਿਆ ਲੈ ਕੇ ਤੁਰ ਪਿਆ। ਰਸਤੇ ਵਿੱਚ ਵੱਖ-ਵੱਖ ਮੰਜ਼ਲਾਂ ਅਤੇ ਵੱਖ-ਵੱਖ ਸ਼ਹਿਰਾਂ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਦਾ ਜਸ ਗਾਉਂਦਾ, ਪ੍ਰਚਾਰ ਕਰਦਾ। ਜਦੋਂ ਸੁਥਰਾ ਕਰਨਾਲ ਪਹੁੰਚਾ ਤਾਂ ਪਤਾ ਲੱਗਾ ਕਿ ਕਰਨਾਲ ਦੇ ਸੇਠ ਹੀਰਾ ਲਾਲ ਨੇ ਆਪਣੇ ਪੁੱਤਰ ਦਾ ਵਿਆਹ ਬੜੀ ਧੂਮ-ਧਾਮ ਨਾਲ ਕੀਤਾ ਹੈ। ਹੀਰਾ ਲਾਲ ਦਾ ਭਰਾ ਭਾਈ ਕਰਮਚੰਦ ਸਤਿਗੁਰਾਂ ਦੇ ਦਰਬਾਰ ਦਾ ਬੜਾ ਸ਼ਰਧਾਲੂ ਸਿੱਖ ਸੀ। ਇਹ ਨਾਮ ਦੇ ਸਿਮਰਨ ਵਿੱਚ ਲੀਨ ਰਹਿੰਦਾ ਸੀ ਅਤੇ ਇਸ ਦੀ ਰਹਿਣੀ ਬਹਿਣੀ ਵੀ ਬੜੀ ਸਧਾਰਨ ਸੀ, ਜਿਸ ਕਰਕੇ ਹੀਰਾ ਲਾਲ ਨੇ ਇਸ ਨੂੰ ਆਪਣੇ ਪੁੱਤਰ ਦੇ ਵਿਆਹ 'ਤੇ ਨਹੀਂ ਸੀ ਸੱਦਿਆ, ਆਪਣੇ ਭਰਾ ਨੂੰ ਨਹੀਂ ਸੀ ਸੱਦਿਆ, ਕਿਉਂਕਿ ਇੱਕ ਤਾਂ ਇਹ ਸਤਿਗੁਰਾਂ ਦੇ ਦਰਬਾਰ ਨਾਲ ਜੁੜਿਆ ਸੀ, ਦੂਸਰਾ ਇਹਦੀ ਜਿਹੜੀ ਰਹਿਣੀ ਸਹਿਣੀ ਉਹ ਬਿਲਕੁਲ ਸਧਾਰਨ ਸੀ। ਜਦੋਂ ਸੁਥਰਾ ਸ਼ਾਹ ਕਰਨਾਲ ਪਹੁੰਚਾ ਤਾਂ ਇਸ ਨੂੰ ਇਸ ਵਿਆਹ ਦਾ ਪਤਾ ਲੱਗਾ ਅਤੇ ਇਹ ਸਿੱਧਾ ਸੇਠ ਹੀਰਾ ਲਾਲ ਦੇ ਮਕਾਨ 'ਤੇ ਗਿਆ ਅਤੇ ਜਾਂਦਿਆਂ ਹੀ ਹਰ ਦਮ ਨਾਨਕ ਸ਼ਾਹ ਧਰਮ ਦਾ ਬੇੜਾ ਬੰਨੇ ਲਾ, ਇਹ ਵਾਕ ਉਚਾਰਦਾ ਹੋਇਆ ਅੱਗੇ ਵਧਿਆ। ਸੇਠ ਹੀਰਾ ਲਾਲ ਨੇ ਸੋਚਿਆ ਕਿ ਸ਼ਾਇਦ ਕੋਈ ਫਕੀਰ ਅਸੀਸ ਦੇਣ ਲਈ ਅਤੇ ਵਧਾਈ ਦੇ ਕੇ ਕੁਝ ਮੰਗਣ ਲਈ ਆਇਆ ਹੈ, ਇਸ ਲਈ ਆਪਣੇ ਮਨੀਮ ਰਾਹੀਂ ਅਖਵਾ ਦਿੱਤਾ ਕਿ ਸੇਠ ਜੀ ਇਸ ਵੇਲੇ ਵਿਹਲੇ ਨਹੀਂ, ਫੇਰ ਆਉਣਾ। ਵਿਆਹ ਦੀ ਥਕਾਵਟ ਕਰਕੇ ਉਹ ਕੁਛ ਢਿੱਲੇ ਵੀ ਹਨ। ਸੁਥਰੇ ਨੇ ਕਿਹਾ, ਭਾਈ ਜੇ ਉਹ ਢਿੱਲੇ ਹਨ ਤਾਂ ਅਸੀਂ ਆਏ ਹਾਂ ਉਹਨਾਂ ਦੀਆਂ ਮੁਸ਼ਕਾਂ ਕੱਸ ਆਈਏ। ਉਹਨਾਂ ਨੇ ਬੜੀ ਅਵੱਗਿਆ ਕੀਤੀ ਹੈ ਅਤੇ ਅਹੰਕਾਰ ਵਿੱਚ ਇੰਨੇ ਮਸਤ ਹੋ ਗਏ ਸਨ ਕਿ ਆਪਣੇ ਭਰਾ ਨੂੰ ਵੀ ਭੁੱਲ ਗਏ। ਉਹਨਾਂ ਨੂੰ ਇਹ ਪਤਾ ਨਹੀਂ ਕਿ ਭਰਾਵਾਂ ਬਿਨਾਂ ਸ਼ੋਭਾ ਨਹੀਂ ਹੁੰਦੀ। ਮੁਨੀਮ ਨੇ ਇਹ ਸ਼ਬਦ ਸੇਠ ਹੋਰਾਂ ਨੂੰ ਜਾ ਕਹੇ ਕਿ ਆਉਣ ਵਾਲਾ ਫਕੀਰ ਇਹ ਬਚਨ ਕਹਿ ਰਿਹਾ ਹੈ। ਸੇਠ ਨੇ ਸਮਝਿਆ ਕਿ ਸ਼ਾਇਦ ਉਸ ਦੇ ਭਰਾ ਨੇ ਇਸ ਨੂੰ ਭੇਜਿਆ ਹੈ, ਇਸ ਲਈ ਉਹਨਾਂ ਨੇ ਅਖਵਾ ਭੇਜਿਆ ਕਿ ਭਾਈ ਕਰਮਚੰਦ ਨੂੰ ਤਾਂ ਫਕੀਰ ਅਤੇ ਮੰਗਤੇ ਹੀ ਚੰਗੇ ਲੱਗਦੇ ਹਨ, ਉਹ ਸਾਡੇ ਨਾਲ ਕਿੱਥੋਂ ਤੁਰਦਾ ਹੈ, ਇਸ ਲਈ ਉਸ ਦਾ ਸਾਡੇ ਨਾਲ ਬਰ ਨਹੀਂ ਮਿਲਦਾ। ਮੁਨੀਮ ਕੋਲੋਂ ਇਹ ਬਚਨ ਸੁਣ ਕੇ ਸੁਥਰਾ ਬਧੋ ਬਧੀ ਅੱਗੇ ਵੱਧ ਗਿਆ ਅਤੇ ਸੇਠ ਹੀਰਾ ਲਾਲ ਦੇ ਸਾਹਮਣੇ ਜਾ ਕੇ ਬਹਿ ਗਿਆ ਅਤੇ ਅੱਖਾਂ ਬੰਦ ਕਰ ਲਈਆਂ। ਸੇਠ ਨੇ ਕਿਹਾ, ਮਹਾਰਾਜ ਬੋਲੋ ਕੀ ਚਾਹੁੰਦੇ ਹੋ, ਜੇ ਕੁਛ ਲੈਣ ਆਏ ਹੋ ਤਾਂ ਦੱਸੋ। ਅਸੀਂ ਵਿਆਹ ਉੱਤੇ
ਅੱਗੇ ਬਹੁਤ ਕੁਝ ਖਰਚ ਕੀਤਾ ਹੈ। ਜੇ ਫੇਰ ਕਦੇ ਆਉਂਦੇ ਤਾਂ ਤੁਹਾਡੀ ਸੇਵਾ ਵੀ ਕਰ ਛੱਡਦੇ। ਇਹ ਸੇਠ ਕਹਿ ਰਿਹਾ ਵਾ ਕਰਨਾਲ ਦਾ ਸੁਥਰੇ ਸ਼ਾਹ ਨੂੰ। ਉਹ ਸੋਚਦਾ ਵੀ ਸ਼ਾਇਦ ਸੁਥਰੇ ਸ਼ਾਹ ਜੀ ਕੁਝ ਮੰਗਣ ਵਾਸਤੇ ਆਏ ਨੇ। ਕਹਿੰਦੇ ਵੀ ਸਾਡਾ ਤੇ ਵਿਆਹ ਦੇ ਉੱਤੇ ਬਹੁਤਾ ਖਰਚ ਹੋ ਗਿਆ। ਇਹ ਸਾਧ ਸੰਗਤ ਜੀ ਇੱਕ ਸਚਾਈ ਆ। ਹੋਰ ਭਾਵੇਂ ਅਸੀਂ ਲੱਖਾਂ ਰੁਪਈਏ ਖਰਚ ਕਰ ਦਈਏ, ਪਰ ਜਦੋਂ ਕਿਧਰੇ ਧਰਮ ਦੇ ਨਾਮ ਦੇ ਉੱਤੇ ਕੋਈ ਖਰਚ ਕਰਨਾ ਹੋਵੇ, ਉੱਥੇ ਫਿਰ ਸਾਡੇ ਕੋਲੋਂ ਪੈਸੇ ਵੀ ਖਤਮ ਹੋ ਜਾਂਦੇ ਆ। ਉੱਥੇ ਅਸੀਂ ਸੋਚਦੇ ਹਾਂ ਵੀ ਨਹੀਂ, ਇੰਨੇ ਨਹੀਂ ਅਸੀਂ ਦੇ ਸਕਦੇ। ਹੋਰ ਭਾਵੇਂ ਉੱਥੇ ਅੱਜ ਕੱਲ੍ਹ ਤਾਂ ਖੈਰ ਹੁਣ ਇਹ ਵੀ ਸਤਿਗੁਰੂ ਜੀ ਦੀ ਕਿਰਪਾ ਹੈ, ਕਹਿ ਲਓ ਵੀ ਕੰਮ ਹੌਲ ਇਹ ਸਾਰੇ ਬੰਦ ਹੀ ਨੇ ਲਗਭਗ। ਨਹੀਂ ਤਾਂ ਸਾਡੇ ਲੋਕਾਂ ਨੇ ਆ ਪੈਲਸਾਂ ਦੇ ਵਿੱਚ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਸਟੇਜਾਂ 'ਤੇ ਨੱਚਦੀਆਂ, ਅਤੇ ਉੱਥੇ ਖਲੋ ਕੇ ਅਤੇ ਹਜ਼ਾਰ ਰੁਪਏ ਦੇ ਨੋਟ ਜਿਹੜੇ ਇਸ ਤਰ੍ਹਾਂ ਉਹਨਾਂ ਦਾ ਮੀਂਹ ਵਰਾ ਦੇਣਾ, ਨੋਟਾਂ ਦੀ ਬਾਰਿਸ਼ ਕਰ ਦੇਣੀ, ਜਿੱਦਾਂ ਪਤਾ ਨਹੀਂ ਸਾਰਾ ਪੈਸਾ ਹੋਵੇ ਇਹਨਾਂ ਦੇ ਕੋਲ। ਅਤੇ ਜੇ ਕਿਤੇ ਧਰਮ ਦੀ ਗੱਲ ਹੋਵੇ, ਜੇ ਕਿਤੇ ਰਾਗੀ ਸਿੰਘ ਗੁਰੂ ਕੇ ਸੱਦੇ ਹੁਣ ਵਿਚਾਰੇ 3 ਬੰਦੇ, ਅਤੇ ਉਹ ਕਹਿ ਦੇਣ ਵੀ ਸਾਨੂੰ 2100 ਰੁਪਈਆ ਦੇ ਦਿਓ ਭੇਟਾ, ਅਸੀਂ ਇੰਨੀ ਦੂਰੋਂ ਆਏ ਹਾਂ, ਉਦੋਂ ਨਹੀਂ ਜੀ ਇਹ ਤਾਂ ਬਹੁਤ ਜ਼ਿਆਦਾ ਜੀ, ਇਹ ਨਹੀਂ ਅਸੀਂ ਦੇ ਸਕਦੇ, ਥੋੜ੍ਹੀ ਘੱਟ ਨਹੀਂ ਹੋ ਸਕਦੀ। ਉਹ ਭਲੇ ਉਹ ਭੈੜੇ ਪਾਸੇ ਤੁਸੀਂ ਉੱਥੇ ਹਜ਼ਾਰ ਰੁਪਈਏ ਦੀਆਂ 500 ਰੁਪਈਏ ਦੀਆਂ ਸ਼ਰਾਬ ਦੀਆਂ ਬੋਤਲਾਂ 'ਚ ਰੋੜ ਦਿੰਦੇ ਹੋ, ਅਤੇ ਜਦੋਂ ਕਿਧਰੇ ਕੋਈ ਧਾਰਮਿਕ ਕਰਮ ਹੋਵੇ ਅਸੀਂ ਨਹੀਂ ਜੀ ਦੇ ਸਕਦੇ। ਮੈਂ ਦੇਖਦਾ ਹੋਣਾ ਪਿਛਲੇ ਕਈ ਸਾਲਾਂ ਦੇ 20 ਸਾਲ ਹੋ ਗਏ ਨੇ, ਜਦੋਂ ਵੀ ਕਿਧਰੇ ਕੋਈ ਰਾਗੀ ਢਾਡੀ ਕੋਈ ਧਾਰਮਿਕ ਕੰਮ ਕਰਦੇ, ਗੁਰੂ ਦੇ ਗੁਣ ਗਾਉਂਦੇ ਆ, ਪਿਛਲੇ 20 ਸਾਲਾਂ ਤੋਂ ਕੀ ਮਜਾਲ ਆ ਵੀ ਸਾਡੀ ਜਿਹੜੀ 10 ਰੁਪਈਏ ਉਹ ਨੋਟ ਕਿਤੇ ਵੱਡਾ ਹੋਇਆ ਹੋਵੇ, ਉਹ 10 ਰੁਪਈਏ ਹੀ ਚੱਲੇ ਆਉਂਦੇ ਆ। ਅਤੇ ਹੋਰ ਕੰਮਾਂ ਦੇ ਉੱਤੇ ਅਸੀਂ ਪੈਸਾ ਇਸ ਤਰ੍ਹਾਂ ਵਹਾਉਂਦੇ ਹਾਂ ਜਿੱਦਾਂ ਪਤਾ ਨਹੀਂ ਸਾਰਾ ਖਜ਼ਾਨਾ ਹੋਵੇ ਸਾਡੇ ਕੋਲ। ਸੁਥਰੇ ਸ਼ਾਹ ਜੀ ਕਰਨਾਲ ਦੇ ਸੇਠ ਦੇ ਘਰ ਵਿੱਚ ਗਏ ਨੇ, ਉਹਦੇ ਅੱਗੇ ਜਾ ਕੇ ਬਹਿ ਗਏ ਨੇ, ਅੱਖਾਂ ਕਰ ਲਈਆਂ ਨੇ ਬੰਦ, ਬੈਠੇ ਨੇ। ਉਹ ਸੇਠ ਕਹਿੰਦਾ ਜੀ ਦੱਸੋ ਤੁਹਾਨੂੰ ਕੀ ਦਈਏ। ਉਹ ਸੋਚਦਾ ਵੀ ਸ਼ਾਇਦ ਮੇਰੇ ਕੋਲੋਂ ਕੁਝ ਮੰਗਣ ਵਾਸਤੇ ਆਏ ਨੇ, ਅਤੇ ਕੁਝ ਦੇਣ ਤੋਂ ਪਹਿਲਾਂ ਨਾਲ ਹੀ ਜ਼ਿਕਰ ਕਰ ਦਿੱਤਾ ਵੀ ਭਈ ਅਸੀਂ ਤਾਂ ਹੁਣ ਆਪਣੇ ਬੇਟੇ ਦਾ ਵਿਆਹ ਕਰਕੇ ਹਟੇ ਹਾਂ, ਸਾਡਾ ਤਾਂ ਪਹਿਲਾਂ ਹੀ ਬੜਾ ਖਰਚਾ ਹੋ ਗਿਆ, ਜੇ ਕਿਤੇ ਤੁਸੀਂ ਪਹਿਲਾਂ ਆਉਂਦੇ ਤਾਂ ਹੋ ਸਕਦਾ ਤੁਹਾਡੀ ਜ਼ਿਆਦਾ ਸੇਵਾ ਕਰ ਦਿੰਦੇ। ਸੁਥਰਾ ਹੱਸ ਪਿਆ ਅਤੇ ਕਹਿਣ ਲੱਗਾ ਸ਼ਾਹ ਜੀ ਅਸੀਂ ਮੰਗਤੇ ਨਹੀਂ, ਅਸੀਂ ਸ਼ਾਹ ਜੀ ਮੰਗਤੇ ਨਹੀਂ ਹਾਂ, ਅਸੀਂ ਸੱਚੇ ਪਾਤਸ਼ਾਹ ਦੇ ਦਰਬਾਰੀ ਹਾਂ, ਅਤੇ ਧਰਮਰਾਜ ਦੀ ਥਾਂ ਹੰਕਾਰੀਆਂ ਨੂੰ ਦੰਡ ਦੇ ਕੇ ਸਿੱਧਾ ਕਰ ਦਿਖਾਉਣ ਆਏ ਹਾਂ। ਧਰਮਰਾਜ ਦੀ ਥਾਂ ਅਹੰਕਾਰੀਆਂ ਨੂੰ ਦੰਡ ਦੇ ਕੇ ਸਿੱਧਾ ਕਰ ਦਿਖਾਉਣ ਆਏ ਹਾਂ। ਤੁਸੀਂ ਸਮਝਦੇ ਹੋ ਕਿ ਅਸੀਂ ਬੜੇ ਧਨਾੜ ਹਾਂ ਅਤੇ ਪੁੱਤਰ ਦੇ ਵਿਆਹ ਉੱਤੇ ਕਈ ਹਜ਼ਾਰ ਖਰਚ ਕੀਤੇ ਹਨ ਅਤੇ ਵਾਹ ਕਰਵਾ ਲਈ ਹੈ, ਪਰ ਯਾਦ ਰੱਖੋ ਸੱਚੇ ਪਾਤਸ਼ਾਹ ਦੇ ਦਰਬਾਰ ਵੱਲੋਂ ਤੁਸੀਂ ਸੁਰਖਰੂ ਨਹੀਂ ਹੋ ਸਕਦੇ। ਕੀ ਹੋ ਗਿਆ ਜੇ? ਘਰ ਦੀ ਧਾੜ ਵਧਾਏ ਕੇ ਨਾਉ ਰਖਾਇਓ ਜੰਝ। ਸਾਰਿਆਂ ਨੂੰ ਇਕੱਠਿਆਂ ਕਰ ਲਿਆ। ਉਹ ਪੁਰਾਣੇ, ਅਜੇ ਮੈਂ ਇਹ ਕੱਲ੍ਹ ਹੀ ਸੁਣਿਆ, ਪੁਰਾਣੇ ਸਮੇਂ ਵਿੱਚ ਬਹੁਤ ਜ਼ਿਆਦਾ ਜੰਝ ਦੀ ਗਿਣਤੀ ਤਾਂ ਲੈ ਕੇ ਜਾਂਦੇ ਸੀ ਕਿਉਂਕਿ ਰਾਹ ਦੇ ਵਿੱਚ ਚੋਰ ਡਾਕੂ ਧਾੜ ਵੀ ਪੈ ਜਾਂਦੇ ਸੀ। ਤਾਂ ਕਰਕੇ ਹੁੰਦਾ ਸੀ ਵੀ ਵੱਧ ਤੋਂ ਵੱਧ ਸੂਰਬੀਰ ਯੋਧੇ ਬਹਾਦਰ ਨੌਜਵਾਨ ਜਿਹੜੇ ਆ ਉਹ ਬਰਾਤ ਵਿੱਚ ਲੈ ਕੇ ਜਾਓ, ਤਾਂ ਕਿ ਜੇ ਰਾਹ ਦੇ ਵਿੱਚ ਕੋਈ ਚੋਰ ਡਾਕੂ ਕੋ ਲੁੱਟਣ ਵਾਲੇ ਲੁਟੇਰੇ ਪੈ ਗਏ ਉਹਨਾਂ ਤੋਂ ਬਚਾਅ ਕੀਤਾ ਜਾ ਸਕੇ। ਤਾਂ ਕਰਕੇ ਪੁਰਾਣੇ ਸਮੇਂ ਵਿੱਚ ਜਿਹੜੀ ਜੰਝ ਸੀ ਉਹ ਜ਼ਿਆਦਾ ਜਾਂਦੀ ਸੀ। ਅਤੇ ਅੱਜ ਦੇ ਸਮੇਂ ਵਿੱਚ ਅਸੀਂ ਸਾਰਿਆਂ ਨੂੰ ਇਕੱਠਿਆਂ ਕਰ ਲੈਂਦੇ ਹਾਂ ਵੀ ਚਲੋ ਜਿਹੜਾ ਖਰਚਾ ਉਹ ਤਾਂ ਕੁੜੀ ਵਾਲਿਆਂ ਦਾ ਹੀ ਹੋਣਾ, ਤਾਂ ਕਰਕੇ ਦੂਰੋਂ ਨੇੜਿਓਂ ਸਾਰਿਆਂ ਨੂੰ ਸੱਦਾ ਹੁੰਦਾ, ਸਾਰੇ ਬਰਾਤੇ ਚੱਲੋ। ਭਾਈ ਸੁਥਰੇ ਸ਼ਾਹ ਨੇ ਕਿਹਾ ਘਰ ਦੀ ਧਾੜ ਵਧਾਏ ਕੇ ਨਾਉ ਰਖਾਇਓ ਜੰਝ। ਸਾਰੇ ਟੱਬਰ ਨੂੰ, ਸਕੇ ਸੰਬੰਧੀਆਂ ਨੂੰ, ਪਤਾ ਨਹੀਂ ਜਿਨ੍ਹਾਂ ਨਾਲ ਕੋਈ ਜਾਣ ਪਛਾਣ ਵੀ ਹੈ ਨਹੀਂ ਸੀ। ਕਈ ਲੋਕ ਤਾਂ ਵਿਆਹ ਵਿੱਚ ਇਹੋ ਜਿਹੇ ਹੁੰਦੇ ਆ
ਨਾ ਮੁੰਡੇ ਵਾਲਿਆਂ ਨੂੰ ਪਤਾ ਲੱਗਦਾ ਵੀ ਇਹ ਕੌਣ ਆ, ਤੇ ਨਾ ਕੁੜੀ ਵਾਲਿਆਂ ਨੂੰ ਪਤਾ ਲੱਗਦਾ। ਪਤਾ ਨਹੀਂ ਗਾਂ ਦੀ ਗਾਂ ਕੌਣ। ਸੱਦਾ ਇੱਕ ਨੂੰ ਦਿੱਤਾ ਹੁੰਦਾ, ਉਹ 4 ਜਣੇ ਆਪਣੇ ਨਾਲ ਲੈ ਕੇ ਆ ਜਾਂਦਾ। ਘਰ ਦੀ ਧਾੜ ਵਧਾਏ ਕੇ ਨਾਉ ਰਖਾਇਓ ਜੰਝ, ਜਿਉਂ ਜਿਉਂ ਝੁੱਗਾ ਉਜੜੇ ਤਿਉਂ ਤਿਉਂ ਕਹੀਏ ਧਨ। ਜਿਵੇਂ ਜਿਵੇਂ ਅਗਲੇ ਦਾ ਪੈਸਾ ਬਰਬਾਦ ਹੋਈ ਜਾਵੇ, ਤਿਵੇਂ ਤਿਵੇਂ ਲੋਕ ਕਹਿੰਦੇ ਬੜਾ ਵਿਆਹ ਕੀਤਾ ਜੀ, ਬੜਾ ਵਿਆਹ ਕੀਤਾ। ਕਿਹੜੀ ਆਈਟਮ ਸੀ ਜਿਹੜੀ ਨਹੀਂ ਸੀ? ਇਹਦੇ 'ਤੇ ਜਿਹੜੀ ਉਹ ਭੋਜਨ ਦੀ ਪਲੇਟ ਸੀ, ਪਰ ਹੈਡ 700 ਰੁਪਇਆ, 11 1500 ਰੁਪਏ ਦੀ ਇੱਕ ਪਲੇਟ ਵੀ ਕਈ ਲੋਕ ਜਿਹੜੀ ਵਿਆਹ ਦੀ ਖਵਾ ਦਿੰਦੇ ਆ। ਨਾਲੇ ਬੰਦੇ ਦਾ ਝੁੱਗਾ ਉਜੜਦਾ ਜਾਂਦਾ, ਘਰ ਉਜੜਦਾ ਜਾਂਦਾ, ਅਤੇ ਵਿੱਚੋਂ ਕਹਿੰਦੇ ਨਾਲ ਦੇ ਭਾਈ ਤੂੰ ਵਾਹ ਭਈ ਵਾਹ, ਤੂੰ ਤਾਂ ਕਮਾਲ ਕਰ ਦਿੱਤੀ ਆ। ਜਿਉਂ ਜਿਉਂ ਝੁੱਗਾ ਉਜੜੇ ਤਿਉਂ ਤਿਉਂ ਕਹੀਏ ਧਨ, ਆਈ ਰੰਨ ਤੇ ਹੋਏ ਕੰਨ। ਇਹ ਸੁਥਰੇ ਸ਼ਾਹ ਦੇ ਬਚਨ ਨੇ। ਉਹ ਕਹਿੰਦੇ ਵੀ ਜਦੋਂ ਫਿਰ ਵਿਆਹ ਕੇ ਉਹ ਬੀਬੀ ਆ ਗਈ, ਫਿਰ ਕੰਨ ਹੁੰਦੇ ਜਦੋਂ ਫਿਰ ਬਾਰ-ਬਾਰ ਗਿਣਤੀਆਂ ਕਰਦੇ ਰਜਿਸਟਰ ਲੈ ਕੇ, ਫਲਾਨੀ ਥਾਂ 'ਤੇ ਇੰਨਾ ਖਰਚਾ ਹੋ ਗਿਆ, ਉਹ ਫਲਾਨਾ ਇੰਨੇ ਲੈ ਗਿਆ। ਇਸ ਤਰ੍ਹਾਂ ਮੁੜ ਕੇ ਫਿਰ ਕਿੰਨਾ ਹੀ ਵੱਡਾ ਬਿੱਲ ਬਣ ਜਾਂਦਾ। ਅਤੇ ਮੁੜ ਕੇ ਫਿਰ ਉਹ ਜੀ ਕਰਜ਼ਾ ਹੀ ਬੜਾ ਚੁੱਕ ਲਿਆ, ਹੁਣ ਕਰਜ਼ਾ ਕਿੱਦਾਂ ਉਤਾਰਨਾ। ਆਪਣਾ ਨੱਕ ਰੱਖਣ ਵਾਸਤੇ ਇੰਨਾ ਜ਼ਿਆਦਾ ਖਰਚਾ ਕੀਤਾ, ਬਾਅਦ ਵਿੱਚ ਫਿਰ ਲੋਕ ਫਾਹਾ ਲੈ ਲੈਂਦੇ, ਫਿਰ ਮਰ ਜਾਂਦੇ ਆ, ਫਿਰ ਡਿਪਰੈਸ਼ਨ 'ਚ ਚਲੇ ਜਾਂਦੇ ਆ। ਪਹਿਲਾਂ ਧਿਆਨ ਨਾਲ ਚੱਲੋ। ਲੋਕਾਂ ਆਖਿਆ ਅੱਡਿਆ ਘਰ, ਹੋਇਆ ਵੰਨੀ ਸੰਦਾ ਵਾਰ। ਉਹ ਬਾਅਦ ਵਿੱਚ ਫਿਰ ਐਸਾ ਸਮਾਂ ਆਉਂਦਾ, ਉਹ ਜਿਹੜਾ ਬੱਚਾ ਬੱਚੀ ਹੁੰਦੇ ਵਿਆਹ ਵਾਲੇ, ਉਹ ਘਰ ਵਾਲਿਆਂ ਤੋਂ ਅੱਡ ਹੋ ਜਾਂਦੇ ਆ। ਜਿਉਂ ਜਿਉਂ ਲੱਗਣ ਕੁਟੰਬ ਦੀਆਂ ਲੀਕਾਂ, ਦੇ ਦੇ ਰਹਿਸੋਂ ਉੱਚੀਆਂ ਡੀਕਾਂ। ਢੋਲ ਵੱਜੇ ਘਰ ਲੁੱਟੀਏ, ਲੋਕ ਜਾਣੇ ਵਿਆਹ। ਸਾਹਿਬ ਅਰਥ ਨਾ ਬੀਜਿਓ, ਹੋਇਓ ਸੁੱਖ ਸਿਆ। ਢੋਲ ਵੱਜਦਾ, ਲੋਕ ਕਹਿੰਦੇ ਵਿਆਹ ਹੋ ਰਿਹਾ, ਪਰ ਘਰ ਲੁੱਟਿਆ ਜਾ ਰਿਹਾ। ਸਾਹਿਬ ਦੇ ਅਰਥ ਕੁਝ ਨਹੀਂ ਬੀਜਿਆ, ਕੋਈ ਧਾਰਮਿਕ ਕਰਮ ਨਹੀਂ ਕੀਤਾ, ਕੋਈ ਪ੍ਰਭੂ ਜੀ ਦਾ ਸਿਮਰਨ ਨਹੀਂ ਕੀਤਾ, ਅਤੇ ਸਾਰਾ ਜਿਹੜਾ ਸਾਹਿਬ ਅਰਥ ਨਾ ਬੀਜਿਓ, ਹੋਇਓ ਮੁਖ ਸਿਆ। ਕੀ ਜਵਾਬ ਦੇਵੇਂਗਾ? ਜਿਸ ਵੇਲੇ ਲੇਖਾ ਮੰਗੀਐ, ਗਲ ਪੱਲੂ ਮੂੰਹ ਘਾ। ਜਦੋਂ ਲੇਖਾ ਮੰਗਿਆ ਜਾਏਗਾ, ਤੇਰੇ ਗਲ 'ਚ ਪੱਲਾ ਪਾ ਕੇ ਖਿੱਚਣਗੇ, ਤੇਰੇ ਗਲ 'ਚ ਰੱਸਾ ਪਾ ਕੇ ਤੇਰੇ ਮੂੰਹ ਵਿੱਚ ਘਾਹ ਹੋਵੇਗਾ। ਰਾਹੋਂ ਕੁੱਥੇ ਸੁਥਰਿਆ, ਤਿਨਾਂ ਨੂੰ ਵੱਡਾ ਦਾ। ਜਿਹੜੇ ਆਪਣੇ ਰਸਤੇ ਤੋਂ ਭੁੱਲ ਜਾਂਦੇ ਨੇ ਨਾ, ਉਹਨਾਂ ਦੀ ਜ਼ਿੰਦਗੀ ਵਿੱਚ ਅੱਗ ਹੀ ਵੱਧਦੀ ਆ। ਧੀਆਂ ਧਾੜ ਤੇ ਪੁੱਤਰ ਫਾ, ਰੰਨ ਦੁੱਖਾਂ ਦਾ ਖੂਹ। ਇਸ ਕਹਾਣੀ 'ਚੋਂ ਸੁਥਰਿਆ, ਕੋਈ ਹਰ ਜਨ ਕੱਢੇ ਧੂ। ਸੁਥਰੇ ਸਾਜ ਨੇ ਸੇਠ ਨੂੰ ਸਮਝਾਇਆ, ਤੂੰ ਆਪਣੇ ਧੀਆਂ ਪੁੱਤਰਾਂ, ਘਰ ਵਾਲੀ, ਬੱਚੀ ਬੱਚਿਆਂ, ਬਸ ਉਹਨਾਂ ਦੇ ਵਿੱਚ ਹੀ ਖਚਤ ਹੋ ਕੇ ਰਹਿ ਗਿਆ। ਤੂੰ ਸਮਝ ਕੇ ਬਹਿ ਗਿਆ ਵੀ ਮੇਰਾ ਸਾਰਾ ਸੰਸਾਰ ਬਸ ਇਹੋ ਕੁਛ ਹੀ ਆ, ਇਸ ਤੋਂ ਬਿਨਾਂ ਵੀ ਕੁਝ ਹੈ। ਉੱਧਰ ਦਾ ਵੀ ਧਿਆਨ ਕਰਿਆ ਕਰ। ਜਿਹੜੀ ਕਹਾਣੀ ਦੇ ਵਿੱਚ ਤੂੰ ਖੁੱਭ ਗਿਆ ਨਾ, ਇਹਦੇ ਵਿੱਚ ਹੁਣ ਤੈਨੂੰ ਕੱਢੇ ਕੌਣ? ਕੋਈ ਰੱਬ ਦਾ ਪਿਆਰਾ ਉਪਦੇਸ਼ ਦੇ ਕੇ ਕੱਢੇਗਾ। ਸੇਠ ਜੀ ਕਦੀ ਉਹ ਵੇਲਾ ਵੀ ਯਾਦ ਕੀਤਾ ਜਦੋਂ ਉੱਥੇ ਤ੍ਰੀਮਤ ਰਹੀ ਖੜੋਤੀਆਂ, ਪੁੱਤਰ ਤੇ ਭਾਈ। ਹਸਤੀ ਘੋੜੇ ਮਾਲ ਧਨ, ਕੁਛ ਨਾਲ ਨਾ ਜਾਈ। ਉੱਥੇ ਇਸਤਰੀ ਵੀ ਇੱਕ ਪਾਸੇ ਹੋ ਕੇ ਖਲੋ ਜਾਂਦੀ ਆ, ਉਹ ਸਾਰੇ ਇੱਕ ਪਾਸੇ ਬੀਬੀਆਂ ਖਲੋ ਜਾਂਦੀਆਂ ਵੀ ਕੋਈ ਨਹੀਂ ਜੀ, ਸੰਸਕਾਰ ਹੋਣ ਦਿਓ, ਸਾਨੂੰ ਨਹੀਂ ਲਾਗੇ ਜਾਣ ਦੀ ਲੋੜ, ਬੰਦੇ ਲੱਗੇ ਨੇ। ਉੱਥੇ ਤ੍ਰੀਮਤ ਰਹੀ ਖੜੋਤੀਆਂ, ਪੁੱਤਰ ਤੇ ਭਾਈ। ਹਸਤੀ ਘੋੜੇ ਮਾਲ ਧਨ, ਕੁਛ ਨਾਲ ਨਾ ਜਾਈ। ਤੇਰਾ ਸਾਰਾ ਕੁਝ ਜ਼ਮੀਨ ਸਬਾਬ ਪ੍ਰੋਪਰਟੀ, ਵੱਡੀਆਂ ਗੱਡੀਆਂ ਇਤਿਆਦਿ, ਜਿੰਨਾ ਵੀ ਕੁਝ ਆ ਸਾਰਾ ਕੁਝ ਤੇਰੇ ਨਾਲ ਕੁਛ ਵੀ ਨਹੀਂ ਜਾਂਦਾ, ਤੈਨੂੰ ਇਕੱਲੇ ਨੂੰ ਹੀ ਜਾਣਾ ਪੈਂਦਾ। ਤਦਹੂ ਸਿਮਰਿਆ ਦੇਵੀ ਦੇਵਤਾ, ਕੌਣ ਹੋਏ ਸਹਾਈ। ਪਰਮਾਤਮਾ ਦਾ ਸਿਮਰਨ ਨਹੀਂ ਕੀਤਾ, ਤੇਰੀ ਹੁਣ ਸਹਾਇਤਾ ਕੌਣ ਕਰੇ। ਜਿਸ ਪਹਿਲਾਂ ਮੂਲ ਨਾ ਚੇਤਿਓ, ਹੁਣ ਬਣੇ ਨਾ ਕਾਈ।
ਪਹਿਲਾਂ ਨਹੀਂ ਰੱਬ ਦਾ ਸਿਮਰਨ ਕੀਤਾ, ਨਹੀਂ ਸੰਗਤ ਕੀਤੀ, ਨਹੀਂ ਰੱਬ ਦੇ ਪਿਆਰਿਆਂ ਦੀ ਸੇਵਾ ਕੀਤੀ, ਹੁਣ ਤੇਰੀ ਸਹਾਇਤਾ ਕੌਣ ਕਰੇ। ਉਹ ਦੇਖੋ ਜੀ ਮਨ ਮੁਖ ਮਾਰੀਐਨ ਬੋਲੇ ਸਜਾਈ। ਉਹ ਵੇਖੋ ਭਾਈ ਜਦੋਂ ਮਨ ਮੁਖਾਂ ਨੂੰ ਮਾਰ ਪੈਂਦੀ, ਜਦੋਂ ਫਿਰ ਸਜ਼ਾਵਾਂ ਮਿਲਦੀਆਂ, ਫਿਰ ਇਹ ਹਾਏ ਹਾਏ ਕਰਦਾ। ਸੁਥਰੇ ਦੇ ਇਹ ਬਚਨ ਸੁਣ ਕੇ ਸੇਠ ਜੀ ਕੁਝ ਢਿੱਲੇ ਪੈ ਗਏ। ਸੁਥਰੇ ਨੇ ਕਿਹਾ, ਸੇਠ ਜੀ ਕੁਝ ਭਰਾ ਦਾ ਵੀ ਖਿਆਲ ਜੇ, ਕੁਝ ਰੱਬ ਦਾ ਵੀ ਖਿਆਲ ਜੇ, ਕੁਝ ਧਰਮ ਦਾ ਵੀ ਖਿਆਲ ਜੇ, ਅੱਗੇ ਪਿੱਛੇ ਦਾ ਵੀ ਖਿਆਲ ਜੇ। ਅਸੀਂ ਮੰਗਤੇ ਨਹੀਂ, ਸੁੱਤਿਆਂ ਨੂੰ ਹਲੂਣਾ ਦੇ ਕੇ ਜਗਾਉਣ ਵਾਲੇ ਹਾਂ। ਅਸਾਂ ਆਪ ਨੂੰ ਜਗਾ ਕੇ ਸੋਝੀ ਦਵਾ ਦਿੱਤੀ ਆ। ਇਹ ਯਾਦ ਰੱਖੋ, ਦੀਵਾ ਜਗਾਇਆ ਹੈ, ਕਿਤੇ ਬੁਝ ਨਾ ਜਾਏ। ਸੁਥਰੇ ਨੇ ਕਿਹਾ, ਮੇਰੀ ਡਿਊਟੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਲਾਈ ਆ ਤੁਹਾਨੂੰ ਸੁੱਤਿਆਂ ਨੂੰ ਜਗਾਉਣ ਵਾਸਤੇ। ਮੈਂ ਕੋਈ ਮੰਗਤਾ ਨਹੀਂ ਅਤੇ ਤੁਹਾਡੇ ਕੋਲੋਂ ਪੈਸੇ ਮੰਗਣ ਨਹੀਂ ਆਇਆ ਵੀ ਮੈਂ ਤੁਹਾਡੀ ਸ਼ੋਭਾ ਕਰੀ ਜਾਵਾਂ ਵੀ ਫਲਾਣੇ ਸਿੰਘ ਵੀ ਬੜੇ ਗੁਰਮੁਖ ਆ, ਉਹ ਵੀ ਬੜੇ ਚੰਗੇ ਆ। ਇਸ ਤਰ੍ਹਾਂ ਸੇਠ ਜੀ ਸੁਥਰੇ ਸ਼ਾਹ ਦੇ ਇਹ ਬਚਨ ਸੁਣ ਕੇ ਘਬਰਾ ਗਏ। ਹੱਥ ਜੋੜ ਕੇ ਬੇਨਤੀ ਕੀਤੀ, ਜੋ ਹੁਕਮ ਕਰੋ ਉਸੇ ਤਰ੍ਹਾਂ ਕੀਤਾ ਜਾਵੇ। ਅੰਦਰੋਂ 7100 ਰੁਪਇਆ ਲਿਆ ਕੇ ਸੁਥਰੇ ਸ਼ਾਹ ਦੇ ਅੱਗੇ ਰੱਖਿਆ। 101 ਰੁਪਇਆ ਸੁਥਰੇ ਸ਼ਾਹ ਦੇ ਅੱਗੇ ਲਿਆ ਕੇ ਰੱਖਿਆ। ਜੀ ਮੈਂ ਮਾफ़ੀ ਚਾਹੁੰਦਾ ਹਾਂ, ਮੇਰੇ ਕੋਲੋਂ ਗਲਤੀ ਹੋ ਗਈ। ਇਹ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਦੀ ਗੱਲ ਆ। ਉਦੋਂ ਦਾ ਜਿਹੜਾ 100 ਸੀ ਉਹ ਅੱਜ ਦਾ ਤਾਂ ਹਜ਼ਾਰਾਂ ਵਰਗਾ। ਸੁਥਰੇ ਸ਼ਾਹ ਨੇ ਕਿਹਾ, ਸੇਠ ਜੀ ਸਾਨੂੰ ਇੱਕੋ ਦਮੜਾ ਲੈਣ ਦਾ ਹੁਕਮ ਹੈ, ਬਾਕੀ ਤੁਸੀਂ ਲੰਗਰ ਲਵਾ ਦਿਓ, ਆਪਣੇ ਭਰਾ ਦੀ ਵੀ ਸੇਵਾ ਕਰੋ, ਵੰਡ ਕੇ ਛਕੋ, ਗੁਰੂ ਨਾਨਕ ਬਰਕਤ ਪਾਵੇਗਾ। ਹਰ ਦਮ ਨਾਨਕ ਸ਼ਾਹ ਧਰਮ ਦਾ ਬੇੜਾ ਬੰਨੇ ਲਾ। ਇਹ ਕਹਿ ਕੇ ਇੱਕ ਦਮੜਾ ਲੈ ਕੇ ਸੁਥਰਾ ਸ਼ਾਹ ਤੁਰ ਗਿਆ। ਉਸ ਦੇ ਜਾਣ ਮਗਰੋਂ ਸੇਠ ਹੋਰੀ ਬਿਮਾਰ ਪੈ ਗਏ। ਉਹਨਾਂ ਨੂੰ ਸੁਥਰੇ ਸ਼ਾਹ ਦੇ ਉਹ ਬਚਨ ਮੁੜ ਮੁੜ ਯਾਦ ਆਉਣ। ਇਸ ਡਰ ਨਾਲ ਉਹਨਾਂ ਨੇ ਆਏ ਗਏ ਮੁਸਾਫਰਾਂ ਲਈ ਲੰਗਰ ਲਵਾ ਦਿੱਤੇ। ਹੌਲੀ ਹੌਲੀ ਰੋਗ ਦੂਰ ਹੋਣ ਲੱਗਾ ਅਤੇ 21ਵੇਂ ਦਿਨ ਜਾ ਕੇ ਆਰਾਮ ਆਇਆ। ਇਸ ਤਰ੍ਹਾਂ ਸਾਧ ਸੰਗਤ ਜੀ ਭਾਈ ਸੁਥਰੇ ਸ਼ਾਹ ਜੀ ਨਾਲੇ ਦਿੱਲੀ ਨੂੰ ਜਾ ਰਹੇ ਨੇ ਅਤੇ ਨਾਲੇ ਰਸਤੇ ਦੇ ਵਿੱਚ ਉਹਨਾਂ ਨੂੰ ਜਿੱਥੇ ਜਿੱਥੇ ਪਤਾ ਚੱਲਦਾ ਵੀ ਕੋਈ ਵਿਗੜਿਆ ਤਿਗੜਿਆ ਹੰਕਾਰੀ ਆ, ਨਾਲ ਦੀ ਨਾਲ ਉਹਦਾ ਸੁਧਾਰ ਕਰਦੇ ਜਾਂਦੇ ਨੇ ਵੀ ਸੇਠ ਜੀ ਕਦੇ ਵੀ ਇਹ ਨਾ ਸੋਚੋ ਵੀ ਜਿਹੜਾ ਸਾਡਾ ਭਰਾ ਵਾ ਉਹ ਤਾਂ ਬੜਾ ਸਧਾਰਨ ਜਿਹਾ ਰਹਿੰਦਾ ਵਾ, ਉਹ ਤਾਂ ਕੱਪੜੇ ਵੀ ਨਹੀਂ ਚੰਗੇ ਪਾਉਂਦਾ, ਅਤੇ ਜੇ ਉਹਨੂੰ ਕਿਤੇ ਵਿਆਹ ਦੇ ਵਿੱਚ ਸੱਦ ਲਿਆ ਅਤੇ ਕਿਧਰੇ ਸਾਡੀ ਬੇਇੱਜ਼ਤੀ ਨਾ ਹੋ ਜਾਵੇ। ਸੇਠ ਜੀ ਇਸ ਤਰ੍ਹਾਂ ਨਹੀਂ ਕਰੀਦਾ, ਹਰ ਇੱਕ ਦਾ ਸਤਿਕਾਰ ਕਰੀਦਾ ਵਾ, ਹਰ ਇੱਕ ਦੇ ਨਾਲ ਪਿਆਰ ਕਰੀਦਾ। ਇਹ ਉਪਦੇਸ਼ ਸੁਥਰੇ ਸ਼ਾਹ ਜੀ ਨੇ ਕਰਨਾਲ ਦੇ ਵਿੱਚ ਦਿੱਤਾ। ਅਤੇ ਇਹ ਜਿਹੜੇ ਅੱਜ ਅਸੀਂ ਕਵਿਤਾ ਪੜ੍ਹੀ, ਇਹਦੇ ਵਿੱਚ ਕਾਵਿ ਦਾ ਜਿਹੜਾ ਹਿੱਸਾ ਆ, ਇਹ ਮੈਂ ਛੋਟੇ ਹੁੰਦਿਆਂ ਸੁਣਿਆ ਸੀ। ਸਾਡਾ ਭਰਾ ਗਿਆਨੀ ਦਾ ਕੋਰਸ ਕਰਦਾ ਹੁੰਦਾ ਸੀ ਅਤੇ ਉਹਦੀ ਗਾਈਡ ਦੇ ਵਿੱਚ ਵੀ ਇਹ ਜਿਹੜੀਆਂ ਲਾਈਨਾਂ ਲਿਖੀਆਂ ਹੋਈਆਂ ਸਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਅੱਜ ਦੇ ਵਕਤ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸਾਖੀ ਸੰਪੂਰਨ ਹੋ ਗਈ ਆ। ਸੁਥਰੇ ਸ਼ਾਹ ਜੀ ਕਰਨਾਲ ਤੋਂ ਅੱਗੇ ਚੱਲ ਪਏ ਨੇ, ਤਾਂ ਕਰਕੇ ਉਹ ਅੱਗੇ ਕਿੱਥੇ ਗਏ, ਉਹਨਾਂ ਨੇ ਕੀ ਕੀਤਾ, ਇਹ ਅਸੀਂ ਕੱਲ੍ਹ ਨੂੰ ਵਿਚਾਰ ਲਾਂਗੇ। ਜੇ ਮੰਨ ਲਓ ਸਾਖੀ ਪੂਰੀ ਨਾ ਹੁੰਦੀ, ਹੋ ਸਕਦਾ 5-7 ਮਿੰਟ ਵੱਧ ਵੀ ਲੱਗ ਜਾਂਦੇ, ਅਤੇ ਸਾਖੀ ਤਾਂ ਪੂਰੀ ਕਰਨੀ ਸੀ ਨਾ, ਵਿੱਚੇ ਥੋੜ੍ਹੀ ਛੱਡ ਦੇਣੀ ਸੀ। ਅਤੇ ਜੇ ਇਹ ਸਾਖੀ 6:20 'ਤੇ ਪੂਰੀ ਹੋ ਜਾਂਦੀ, ਫਿਰ ਉਦੋਂ ਸਮਾਪਤੀ। ਤਾਂ ਕਰਕੇ ਸਾਖੀ ਸਾਧ ਸੰਗਤ ਜੀ ਫਿਰ ਪੂਰੀ ਕਰਨੀ ਬੜੀ ਜ਼ਰੂਰੀ ਹੁੰਦੀ ਆ। ਤੋ ਹੋਈਆਂ ਭੁੱਲਾਂ ਗਲਤੀਆਂ ਦੀ ਮੁਆਫੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰੇ ਨਗਰ ਨਿਵਾਸੀਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ। ਅਸੀਂ ਵੱਧ ਤੋਂ ਵੱਧ ਸਮਾਂ ਗੁਰੂ ਦੀ ਬਾਣੀ ਸਤਿਗੁਰੂ ਜੀ ਦਾ ਨਾਮ ਸੁਣ ਕੇ ਬਤੀਤ ਕਰਿਆ ਕਰੀਏ ਜੀ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ।
ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।